ਸਿੱਖ ਚੈਨਲ ਦੇਖ ਰਹੀ ਯੂਕੇ ਯੂਰਪ ਅਤੇ ਦੇਸ਼ ਵਿਦੇਸ਼ ਦੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਵਾਗਤ ਹੈ ਪ੍ਰੋਗਰਾਮ ਕਰੰਟ ਅਫੇਅਰਸ ਦੇ ਵਿੱਚ। ਸੋ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਖਬਰਾਂ ਦੇ ਉੱਤੇ ਚਰਚਾ ਕਰਦੇ ਹਾਂ। ਸੋ ਆਓ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ ਤੇ ਪਹਿਲਾਂ ਸੀਨੀਅਰ ਪੱਤਰਕਾਰ ਸਰਦਾਰ ਜਸਵੀਰ ਸਿੰਘ ਜੀ ਪੱਟੀ ਹੋਰਾਂ ਨਾਲ ਪਾਉਂਦੇ ਹਾਂ ਫਤਿਹ ਦੀ ਸਾਂਝ। ਪੱਟੀ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਪੱਟੀ ਸਾਹਿਬ ਜਿਹੜਾ ਫਾਨੀ ਚੱਕਰਵਰਤੀ ਤੂਫਾਨ ਜਿਹੜਾ ਆ ਉਸਨੇ ਕਾਫੀ ਨੁਕਸਾਨ ਕੀਤਾ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ 235 ਕਿਲੋਮੀਟਰ ਦੀ ਸਪੀਡ ਦੇ ਨਾਲ ਇਹ ਤੂਫਾਨ ਆਏਗਾ, ਪਰ 175 ਦੇ ਆਸ-ਪਾਸ ਜਿਹੜਾ ਆ ਉਹ ਰਿਹਾ ਆ। ਸੋ ਉਸ ਦੇ ਨਾਲ ਚਾਹੇ ਕਿ ਬਹੁਤ ਜ਼ਿਆਦਾ ਇਹਤਿਆਤ ਸਰਕਾਰ ਨੇ ਵਰਤੀ ਹੈ, ਪਰ ਉਸ ਦੇ ਬਾਵਜੂਦ ਵੀ ਕੁਝ ਮੌਤਾਂ ਜਿਹੜੀਆਂ ਆ ਉਹ ਹੋਈਆਂ ਨੇ। ਬਹੁਤ ਸਾਰੇ ਖੰਭੇ ਜਿਹੜੇ ਆ ਬਿਜਲੀ ਦੇ ਉਹ ਡਿੱਗੇ ਆ, ਦਰਖਤ ਫੱਟੇ ਗਏ ਆ, ਹੋਰ ਵੀ ਕੱਚੇ ਮਕਾਨ ਜਿਹੜੇ ਆ ਉਹ ਵੀ ਢਹਿ ਢੇਰੀ ਹੋਏ ਆ। ਸੋ ਕੀ ਕਹਿਣਾ ਚਾਹੋਗੇ? ਜਿਹੜਾ ਇਹ ਫਾਨੀ ਤੂਫਾਨ ਆਇਆ ਜੀ ਉੜੀਸਾ ਦੇ ਵਿੱਚ ਜੀ, ਇਹ ਕੋਈ ਨਵਾਂ ਨਹੀਂ ਜੀ। ਉੜੀਸਾ ਦੇ ਇਤਿਹਾਸ ਨੂੰ ਫਰੋਲਿਆ ਜਾਵੇ ਤੇ ਪਿਛਲੇ 100 ਸਾਲਾਂ ਦੇ ਵਿੱਚ ਇਹੋ ਜਿਹੇ 100 ਤੂਫਾਨ ਆ ਚੁੱਕੇ ਜੀ। ਔਰ ਜਿਹੜੀ ਉੜੀਸਾ ਦੀ ਇਹੋ ਜਿਹੇ ਫਾਨੀ ਤੂਫਾਨਾਂ ਨੂੰ ਨਿਪਟਣ ਵਾਸਤੇ ਉਹਨਾਂ ਟੀਮ ਬਣਾਈ ਆ ਜੀ, ਉਹ ਟੀਮ ਜਿਹੜੀ ਆ ਸੰਯੁਕਤ ਰਾਸ਼ਟਰ UN ਨੇ ਵੀ ਤਾਰੀਫ ਕੀਤੀ ਆ ਵੀ ਬੜੀ ਮਜ਼ਬੂਤ ਤੇ ਵਧੀਆ ਟੀਮ ਕੰਮ ਕਰਦੀ ਹੈ ਜੀ, ਜਿਹਦੀ ਬਦੌਲਤ ਉੱਥੇ ਇਸ ਵਾਰੀ ਜਿਹੜੀ ਆ ਉਹ ਕੈਜੂਅਲਟੀ ਬਹੁਤ ਘੱਟ ਰਹੀਆਂ ਨੇ ਜੀ। ਜਿਹੜੀਆਂ 3 ਕੈਜੂਅਲਟੀ ਉੱਥੇ ਹੋਈਆਂ ਨੇ ਉਹ ਕੈਜੂਅਲਟੀ ਵੀ ਸਿਰਫ ਜਿਹੜੀਆਂ ਇੱਕ ਤੇ ਆਦਮੀ ਜਿਹਦੇ ਤੇ ਦਰਖਤ ਡਿੱਗ ਪਿਆ ਉਹ ਮਾਰਿਆ ਗਿਆ ਜੀ। ਇੱਕ ਵਿਅਕਤੀ ਨੂੰ ਜਿਹੜਾ ਰਾਹਤ ਕੈਂਪ ਦੇ ਵਿੱਚ ਇਹਨੂੰ ਹਾਰਟ ਅਟੈਕ ਹੋਇਆ। ਇੱਕ ਔਰਤ ਸੀ ਜਾ ਰਹੀ ਤੇ ਜਿਹੜੇ ਉੱਡਦੇ ਉੱਡੇ ਛਾਪੇ ਜਿਹੇ ਆਏ ਤੇ ਉਹ ਉਹਨੂੰ ਵੱਜ ਕੇ ਤੇ ਉਹਨੂੰ ਮੌਤ ਹੋਈ ਜੀ। ਉੱਦਾਂ ਕੋਈ ਵੱਡੀ ਗੱਲ ਨਹੀਂ ਹੋਈ ਜੀ। ਤੇ ਆਇਆ ਵੀ ਉਸ ਇਲਾਕੇ 'ਚ ਜਿੱਥੇ ਹਿੰਦੂ ਧਰਮ ਦਾ ਸਭ ਤੋਂ ਵੱਡਾ ਮੰਦਿਰ ਜਗਨਨਾਥ ਦਾ ਪੂਰੀ ਇਲਾਕੇ ਦੇ ਵਿੱਚ ਜੀ। ਉੱਥੇ ਸਨ ਟੈਂਪਲ ਆ, ਪੂਰੀ ਮੰਦਿਰ ਆ ਜਿਹਦੀ ਬੜੀ ਮੰਨਤਾ ਵਾ। ਜੀ। ਹਰ ਸਾਲ ਮੇਰੇ ਖਿਆਲ ਲੱਖਾਂ ਨਹੀਂ ਕਰੋੜਾਂ ਲੋਕ ਉੱਥੇ ਮੱਥਾ ਟੇਕਣ ਜਾਂਦੇ ਨੇ ਜੀ। ਔਰ ਗੁਜਰਾਤ ਸਰਕਾਰ ਨੇ ਜਿਹੜੇ ਪ੍ਰਬੰਧ ਜਿਹੜੇ ਕੀਤੇ ਨੇ ਉਹ ਬੜੇ ਸਾਰੂ ਪ੍ਰਬੰਧ ਕੀਤੇ। ਜਦੋਂ ਉਹਦੀ ਇਨਫੋਰਮੇਸ਼ਨ ਮਿਲੀ ਤਾਂ ਉਹਨਾਂ ਕਰੀਬ 11 ਲੱਖ ਲੋਕਾਂ ਨੂੰ ਰਾਹਤ ਕੈਂਪ 'ਚ ਲੈ ਕੇ ਜੀ ਵੀ ਇਹ ਨੁਕਸਾਨ ਨਾ ਹੋਵੇ। ਸਿਰਫ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਕਰਕੇ ਜਿਹੜਾ ਵਾ ਉੱਥੇ ਬਚਾਅ ਹੋ ਸਕਿਆ ਵਾ। ਜੀ। ਜੇ ਜੇ ਸਰਕਾਰ ਉਪਰਾਲੇ ਨਾ ਕਰਦੀ ਤੇ ਸਰ ਬੜੀ ਵੱਡੀ ਕੈਜੂਅਲਟੀਜ਼ ਹੋਣੀਆਂ। ਜੀ। ਤੇ ਕੇਂਦਰ ਸਰਕਾਰ ਨੇ 1000 ਕਰੋੜ ਦੀ ਰਾਹਤ ਦੇਣ ਦਾ ਐਲਾਨ ਕੀਤਾ ਵਾ। ਜੀ। ਉੜੀਸਾ ਜਿਹੜਾ ਵਾ ਇੱਕ ਗਰੀਬ ਕੰਟਰੀ ਆ, ਜੀ, ਗਰੀਬ ਸਟੇਟ ਆ, ਜੀ, ਜਿੱਥੇ ਆਦੀਵਾਸੀ ਲੋਕ ਜ਼ਿਆਦਾ ਰਹਿੰਦੇ ਆ, ਜਿਨ੍ਹਾਂ ਦੀ ਨਾ ਪੜ੍ਹਾਈ ਕੀਤੀ ਜਾਂਦੀ ਆ ਨਾ ਉਹ ਨੌਕਰੀ ਕਰਦੇ ਆ। ਉਹ ਵਿਚਾਰੇ ਮਿਹਨਤ ਮਜ਼ਦੂਰੀ ਕਰਕੇ ਆਪਣਾ ਕਾਰੋਬਾਰ ਜ਼ਿਆਦਾ ਕਰਦੇ ਆ। ਜੀ। ਔਰ ਉਹਨਾਂ ਲੋਕਾਂ ਦੀ ਇਹ ਸਿਫਤ ਹੈ ਵੀ ਜਦੋਂ ਇਹੋ ਜਿਹੀ ਆਫਤ ਆਉਂਦੀ ਹੈ ਉਦੋਂ ਸਾਰੇ ਇੱਕ ਮੰਚ 'ਤੇ ਇਕੱਠੇ ਹੋ ਜਾਂਦੇ ਆ। ਜੀ। ਬੇਸ਼ੱਕ ਉਹਨਾਂ ਜਿੰਨੇ ਮਰਜ਼ੀ ਵਖਰੇਵੇਂ ਹੋਣ ਉਦੋਂ ਇਹ ਇੱਕ ਏਕਤਾ ਦੀ ਜਿਹੜੀ ਉਹ ਸਬੂਤ ਦਿੰਦੇ ਆ। ਜੀ ਜੀ ਬਿਲਕੁਲ। ਇਸ ਚੱਕਰਵਰਤੀ ਤੂਫਾਨ ਫਾਨੀ ਦੇ ਕਰਕੇ ਏਅਰਪੋਰਟਸ ਜਿਹੜੇ ਆ ਉੜੀਸਾ ਦੇ ਵਿੱਚ ਉਹਨਾਂ ਨੂੰ ਵੀ ਬੰਦ ਕੀਤਾ ਗਿਆ ਸੀਗਾ ਤੇ ਕਾਫੀ ਜ਼ਿਆਦਾ ਇਹਤਿਆਤ ਵਰਤਿਆ ਗਿਆ ਤਾਂ ਹੀ ਜਿਹੜਾ ਨੁਕਸਾਨ ਆ ਉਹ ਘੱਟ ਹੋਇਆ ਆ। ਇਸ ਦੇ ਨਾਲ ਨਾਲ ਪੱਟੀ ਸਾਹਿਬ ਕਰਤਾਰਪੁਰ ਸਾਹਿਬ ਲਾਂਘੇ ਦਾ ਕੰਮ ਜਿਹੜਾ ਆ ਉਹ ਬੜੇ ਜੰਗੀ ਪੱਧਰ ਦੇ ਉੱਤੇ ਚੱਲ ਰਿਹਾ ਆ, ਪਰ ਕੱਲ੍ਹ ਉਹ ਕੰਮ ਇੱਕਦਮ ਰੋਕਣਾ ਪੈ ਗਿਆ। ਕਾਰਨ ਇਹ ਸੀਗਾ ਕਿ ਜਿਹੜੇ ਕਿਸਾਨ ਸੀਗੇ ਉਹਨਾਂ ਨੇ ਕਿਹਾ ਕਿ ਅਜੇ ਸਾਡੇ ਅਕਾਊਂਟਸ ਦੇ ਵਿੱਚ ਪੈਸੇ ਨਹੀਂ ਆਏ। 104 ਏਕੜ ਜ਼ਮੀਨ ਐਕਵਾਇਰ ਕੀਤੀ ਗਈ ਕਿਸਾਨਾਂ। ਜਦੋਂ ਸਾਰਿਆਂ ਨੇ ਇਕੱਠੇ ਹੋ ਕੇ ਕੱਲ੍ਹ ਧਰਨਾ ਲਾਇਆ, ਉੱਥੇ ਕੰਮ ਰੋਕ ਦਿੱਤਾ। ਗੱਡੀਆਂ ਜਿਹੜੀਆਂ ਆ ਰਹੀਆਂ ਸੀ ਉਹ ਰਸਤਾ ਬੰਦ ਕਰਕੇ ਉਹਨਾਂ ਨੂੰ ਰੋਕ ਦਿੱਤਾ ਤੇ ਇਹ ਵੀ ਕਿਹਾ ਕਿ ਇੱਕ ਤਾਂ ਸਾਨੂੰ ਪਹਿਲਾਂ ਪੈਸੇ ਘੱਟ ਦਿੱਤੇ ਗਏ ਆ, ਦੂਜਾ ਉਸ ਦੇ ਵਿੱਚੋਂ ਕੁਝ ਕਟੌਤੀ ਵੀ ਕੀਤੀ ਜਾ ਰਹੀ ਆ। ਘੱਟ ਤੋਂ ਘੱਟ 3 ਲੱਖ ਰੁਪਇਆ ਜਿਹੜਾ ਆ ਉਹ ਕੱਟਿਆ ਜਾ ਰਿਹਾ ਉਹਨਾਂ ਦਾ। ਉਹਨਾਂ ਨੇ ਕਿਹਾ ਕਿ ਤਰਨਤਾਰਨ ਏਰੀਆ ਦੇ ਵਿੱਚ ਹਾਈਵੇ ਜਿਹੜਾ ਬਣਿਆ ਹੈ ਉੱਥੇ 80 ਲੱਖ ਦੇ ਹਿਸਾਬ ਨਾਲ ਪੈਸੇ ਦਿੱਤੇ ਗਏ ਆ ਏਕੜ ਦੇ ਹਿਸਾਬ ਨਾਲ। ਇੱਥੇ 34 ਲੱਖ ਦੇ ਹਿਸਾਬ ਨਾਲ ਪੈਸੇ ਦਿੱਤੇ ਗਏ ਆ। ਪੈਸੇ ਘੱਟ ਦਿੱਤੇ ਗਏ ਆ, ਇੱਕ ਦੇਰੀ ਕੀਤੀ ਜਾ ਰਹੀ ਆ। ਇਸ ਕਰਕੇ ਕੰਮ ਉਹਨਾਂ ਨੇ ਰੋਕ ਦਿੱਤਾ ਸੀਗਾ ਕੱਲ੍ਹ ਤੇ ਫਿਰ ਉਹਨਾਂ ਨੇ ਕਿਹਾ ਕਿ ਅੱਜ ਵੀ ਧਰਨਾ ਦੇਣਗੇ ਜੇਕਰ ਉਹਨਾਂ ਦੀ ਨਹੀਂ ਸੁਣਵਾਈ ਹੁੰਦੀ। ਜਿਹੜੀ ਤੁਸੀਂ ਗੱਲ ਕੀਤੀ ਠੀਕ ਕੀਤੀ ਹੈ ਜੀ। ਜੀ। ਲੇਕਿਨ ਸਰਕਾਰਾਂ ਜਿਹੜੀਆਂ ਵਾ ਉੱਥੇ ਮਾਰਕੀਟ ਵੈਲਿਊ ਵੇਖਦੀਆਂ ਵੀ ਇਹਦੀ ਕੀ ਹੈ। ਜੀ। ਮਾਰਕੀਟ ਵੈਲਿਊ ਉੱਥੇ 17 ਲੱਖ ਰੁਪਈਆ ਸੀਗੀ। ਜੀ। ਸਰਕਾਰ ਨੇ ਕਿਹਾ ਅਸੀਂ ਤਾਂ 34 ਲੱਖ ਰੁਪਈਆ ਦਿਆਂਗੇ। ਜੀ। ਸਰਕਾਰ ਨੇ 34 ਲੱਖ ਰੁਪਈਆ ਦੇਣਾ ਮੰਨ ਲਿਆ। ਉਹਦੇ ਵਿੱਚ 35 ਕਿਸਾਨ ਆ ਰਹੇ ਨੇ। ਜੀ। 140 ਏਕੜ ਜ਼ਮੀਨ ਜਿਹੜੀ ਹੈਗੀ ਹੈ। 35 ਕਿਸਾਨਾਂ ਦੇ ਵਿੱਚੋਂ ਕੱਲ੍ਹ ਕੁਛ ਲੋਕਾਂ ਨੇ 8 ਕੇ 10 ਕਿਸਾਨਾਂ ਨੇ ਆਪਣੇ ਜਿਹੜੇ ਚੈੱਕ ਲੈ ਲਿਆ। ਜੀ। ਜਿਹੜੇ ਲੋਕ ਜਾਣਦੇ ਵੀ TDS ਕੱਟਣਾ ਇੱਕ ਸਾਡਾ ਜਿਹੜਾ ਕਾਨੂੰਨ ਦੇ ਮੁਤਾਬਕ ਸਾਨੂੰ ਦੇਣਾ ਪੈਣਾ, ਉਹਨਾਂ ਨੇ ਆਪਣੇ ਜਿਹੜੇ ਸੀ ਉਹ ਪੈਸੇ ਲੈ ਲਏ ਨੇ। ਤੇ ਜਿਹੜੇ ਵੇਰੇ ਨੇ ਵੀ TDS ਨਹੀਂ ਦੇਣਾ, ਅਸੀਂ SDM ਨੇ ਕਹਿ ਦਿੱਤਾ ਭਾਈ ਇਹ ਨਾ ਮੇਰੇ ਵੱਸ ਰਹੂਗਾ ਨਾ ਤੁਹਾਡੇ ਵੱਸ ਰਹੂਗਾ, ਇਹ ਤੇ ਅਕੋਰਡਿੰਗ ਟੂ ਕਾਨੂੰਨ ਦੇ ਮੁਤਾਬਕ ਜਿਹੜਾ ਉਹ TDS ਅਪਲਾਈ ਹੋਣਾ ਹੀ ਹੋਣਾ। ਜੀ। ਉਹ ਕਹਿੰਦੇ ਨਾ ਤਾਂ ਅਸੀਂ TDS ਦੇਣਾ
ਦਿਨ ਪਹਿਲਾਂ ਸਾਨੂੰ ਪੈਸੇ ਨੂੰ ਫਿਰ ਅਸੀਂ ਕੰਮ ਕਰਨ ਦੇਣਾ ਵਾ ਜੀ। ਉਹ ਕਹਿੰਦੇ ਵੀ ਪੈਸੇ ਟਰਨ ਬਾਈ ਟਰਨ ਦਿੱਤੇ ਜਾਣਗੇ, ਜੇ 10 ਬੰਦੇ ਦੇ ਦੇ ਰਹੇ ਤੇ ਬਾਕੀ ਨੂੰ ਮਿਲ ਜਾਣਗੇ, ਕੋਈ ਗੱਲ ਨਹੀਂ। ਲੇਕਿਨ ਕਿਸਾਨਾਂ ਦੀ ਮਰਜ਼ੀ ਹੈ ਜੀ, ਉਹ ਉੱਥੇ ਵੇਰ ਕੇ ਪਿੰਡ ਸਾਨੂੰ ਪੇਮੈਂਟ ਕਰੋ ਪੂਰੀ ਦੀ ਪੂਰੀ। ਜਿਹੜੀ ਗੱਲ ਦੂਜਿਆਂ ਦਾ ਕੰਪੈਰੀਜ਼ਨ ਕਰਦੇ ਆ, ਹਾਈਵੇ ਦੀ ਗੱਲ ਕਰਦੇ ਆ ਜੀ, ਹਾਈਵੇ ਨਾਲ ਜਿਹੜੀ ਜ਼ਮੀਨ ਆ ਉਹਨਾਂ ਦੀ ਰੇਟ ਵੀ 80 ਲੱਖ ਰੁਪਈਆ ਹੈਗਾ ਜੀ, ਅੱਜ ਵੀ ਹੈਗਾ ਕਿ ਉੱਥੇ ਕਲੋਨੀਆਂ ਬਣ ਸਕਦੀਆਂ ਨੇ ਜੀ। ਮੈਂ ਕਹੂੰਗਾ ਇੱਥੇ ਵੀ ਕੱਲ੍ਹ ਨੂੰ 80 ਲੱਖ ਰੁਪਈਆ ਰੇਟ ਹੋਣਾ ਵਾ ਜੀ, ਤੇ ਕਿਸਾਨਾਂ ਦੀ ਮੰਗ ਨੂੰ ਮੰਨ ਲੈਣਾ ਚਾਹੀਦਾ ਜੀ। ਜੇ ਕਿਸਾਨਾਂ ਦੀ ਮੰਗ ਸਰਕਾਰ ਨਹੀਂ ਮੰਨਦੀ, ਤੁਹਾਨੂੰ ਪਤਾ ਹੋਏਗਾ ਜਦੋਂ ਅੰਮ੍ਰਿਤਸਰ ਦੇ ਨਾਲ ਸਾਡੀ ਬਣੀ ਸੀ ਕੰਟੋਨਮੈਂਟ ਬਣਿਆ ਸੀ ਏਰੀਆ ਜੀ, ਕੰਟੋਨਮੈਂਟ ਏਰੀਆ ਦੀ ਕਈ ਪਿੰਡਾਂ ਦੀ ਜ਼ਮੀਨ ਜਿਹੜੀ ਸੀ ਇਹਨਾਂ ਨੇ ਐਕਵਾਇਰ ਕੀਤੀ ਸੀ ਜੀ। ਉਹ ਪਹਿਲਾਂ ਉਹਨੂੰ ਪੈਸੇ ਮਿਲੇ, ਉਹ ਕੋਰਟ ਚਲੇ ਗਏ, ਹਾਈ ਕੋਰਟ ਨੇ ਪੈਸੇ ਦਵਾਏ, ਮੁੜ ਕੇ ਸੁਪਰੀਮ ਕੋਰਟ ਚਲੇ ਗਏ, ਸੁਪਰੀਮ ਕੋਰਟ ਨੇ ਪੈਸੇ ਦਵਾਏ ਵੀ ਉਜੜੇ ਨੇ, ਉਜਾੜੇ ਮੁਤਾਬਕ ਪੈਸੇ ਦਿਓ ਇਹਨਾਂ ਨੂੰ ਜੀ, ਇਹਨਾਂ ਨੂੰ ਉਜਾੜੇ ਦੇ ਪੈਸੇ ਵੀ ਦਿਓ, ਜ਼ਮੀਨ ਦੇ ਪੈਸੇ ਵੀ ਦਿਓ, ਇਹਨਾਂ ਨੂੰ ਰਾਹਤ ਦੇ ਪੈਸੇ ਵੀ ਦਿਓ ਵੀ ਦੁਬਾਰਾ ਨਾ ਆਪਣਾ ਕਾਰੋਬਾਰ ਕਿਵੇਂ ਸੈੱਟ ਕਰਨਾ ਜੀ। 3 ਵੀ ਪੈਸੇ ਮਿਲੇ ਸੀ ਜੀ। ਇਸ ਕਰਕੇ ਉਸ ਕੇਸ ਦਾ ਹਵਾਲਾ ਲੈ ਕੇ ਜੀ ਇਹ ਕਿਸਾਨ ਵੀ ਪੈਸੇ ਲੈਣ ਤੋਂ ਬਾਅਦ, ਜ਼ਮੀਨ ਦੇਣ ਤੋਂ ਬਾਅਦ ਵੀ ਕੋਰਟ ਜਾ ਸਕਦੇ ਨੇ ਜੀ। ਕੋਰਟ ਤੋਂ ਇਹਨਾਂ ਨੂੰ ਰਾਹਤ ਜ਼ਰੂਰ ਮਿਲੇਗੀ ਔਰ ਮਿਲਣੀ ਵੀ ਚਾਹੀਦੀ ਹੈ ਜੀ। ਤੇ ਮੈਂ ਸੋਚਦਾ ਵੀ ਜੇ ਕਿਸਾਨ ਕਰੋੜ ਰੁਪਈਆ ਮੰਗਦੇ, ਸਰਕਾਰ ਨੂੰ ਕੋਈ ਫਰਕ ਨਹੀਂ ਪੈਣ ਲੱਗਾ। ਜਦੋਂ ਇਹ ਲਾਂਘਾ ਸ਼ੁਰੂ ਹੋ ਗਿਆ ਤੇ ਉਦੋਂ ਸੜਕ ਦੇ ਜਿੰਨੀ ਜ਼ਮੀਨ ਉਹ ਵਾਕਿਆ ਹੀ 1-1 ਕਰੋੜ ਦੀ ਹੋ ਜਾਣੀ ਜੀ। ਦੂਸਰੀ ਗੱਲ ਜੀ, ਪਾਕਿਸਤਾਨ ਦੇ ਵਿੱਚ ਜਿਹੜਾ ਕਰਤਾਰਪੁਰ ਦਾ ਏਰੀਆ ਵਾ, ਉੱਥੇ ਸਰਕਾਰ ਨੇ 1330 ਏਕੜ ਜ਼ਮੀਨ ਐਕਵਾਇਰ ਕੀਤੀ ਹੈ ਜੀ। ਉਹ ਉੱਥੇ ਇੱਕ ਨਵਾਂ ਲਾਹੌਰ ਵਸਾਉਣਾ ਚਾਹੁੰਦੇ ਆ ਜੀ। ਸਾਡੀ ਸਰਕਾਰ ਕਹਿੰਦੀ ਆ ਵੀ ਅੰਮ੍ਰਿਤਸਰ 'ਚ ਇੰਡਸਟਰੀ ਇੱਕ ਨਹੀਂ ਲਾ ਸਕਦੇ, ਬਾਰਡਰ ਦੇ ਬਹੁਤ ਨੇੜੇ ਆ। ਉਹਨਾਂ ਨੇ ਲਾਹੌਰ ਹੀ ਵਿਕਸਿਤ ਕਰ ਲਿਆ, ਹੁਣ ਕਰਤਾਰਪੁਰ ਵਿਕਸਿਤ ਕਰ ਰਹੇ ਆ ਜੀ, ਕਿਉਂਕਿ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਕਹਿ ਦਿੱਤਾ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਜੰਗ ਲੱਗਣ ਦੀ ਕੋਈ ਸੰਭਾਵਨਾ ਨਹੀਂ, ਨਾ ਜੰਗ ਲੱਗ ਸਕਦੀ ਆ ਜੀ। ਜੇ ਲੱਗੇਗੀ ਤੇ ਸਮਝ ਲਓ ਫਿਰ ਉਹ ਵੀ ਹੈ ਨਹੀਂ ਤੇ ਅਸੀਂ ਵੀ। ਇਸ ਕਰਕੇ ਉੱਥੇ ਨਵਾਂ ਲਾਹੌਰ ਵਸਾਉਣਾ ਚਾਹੁੰਦੇ ਆ ਤੇ ਸਾਡੀ ਸਰਕਾਰ ਕਮਜ਼ੋਰੀ ਕਿਉਂ ਵਿਖਾ ਰਹੀ ਆ, ਇਹ ਨਹੀਂ ਪਤਾ। ਡੇਰਾ ਬਾਬਾ ਨਾਨਕ ਇੱਕ ਇਤਿਹਾਸਕ, ਮੈਂ ਸੋਚਦਾ ਵੀ ਬੜਾ ਤਕੜਾ ਇੱਕ ਕਸਬਾ ਵਾ, ਉਹਨੂੰ ਇੱਕ ਵੱਡੇ ਸ਼ਹਿਰ ਦਾ ਰੂਪ ਦੇਣਾ ਚਾਹੀਦਾ। ਉੱਥੇ ਵੱਡੇ ਵੱਡੇ ਹੋਟਲ ਬਣਨੇ ਚਾਹੀਦੇ ਆ ਜੀ, ਸਟੇਡੀਅਮ ਬਣਨੇ ਚਾਹੀਦੇ ਆ ਜੀ। ਮੈਂ ਸੋਚਦਾ ਯੂਨੀਵਰਸਿਟੀ ਖੁੱਲ੍ਹਣੀ ਚਾਹੀਦੀ ਹੈ, ਜਿਵੇਂ ਪਾਕਿਸਤਾਨ ਨੇ ਬਾਬੇ ਨਾਨਕ ਦੇ ਨਾਂ 'ਤੇ ਨਨਕਾਣਾ ਸਾਹਿਬ ਯੂਨੀਵਰਸਿਟੀ ਨੂੰ 70 ਏਕੜ ਜ਼ਮੀਨ ਦੇ ਦਿੱਤੀ ਆ ਜੀ। ਭਾਵੇਂ ਕਿ ਉਹ ਜ਼ਮੀਨ ਜਿਹੜੀ ਆ ਬਾਬੇ ਨਾਨਕ ਦੇ ਨਾਂ 'ਤੇ ਹੀ ਆ ਜੀ। ਜਿਹੜੀ ਨਨਕਾਣਾ ਸਾਹਿਬ ਦਾ ਜਿੰਨਾ ਵੀ ਏਰੀਆ ਵਾ 18,000 ਏਕੜ ਜ਼ਮੀਨ ਆ, ਉਹ ਸਾਰੀ ਬਾਬੇ ਨਾਨਕ ਦੇ ਨਾਂ 'ਤੇ ਆ। ਉਹ ਲੀਜ਼ ਆ, ਸਰਕਾਰ ਲੀਜ਼ 'ਤੇ ਦਿੰਦੀ ਹੈ। ਉੱਥੇ ਤੁਸੀਂ ਜ਼ਮੀਨ ਖਰੀਦ ਨਹੀਂ ਸਕਦੇ ਜੀ, ਤੁਹਾਨੂੰ 100 ਸਾਲ ਵਾਸਤੇ, 50 ਸਾਲ ਵਾਸਤੇ ਲੀਜ਼ 'ਤੇ ਮਿਲਦੀ ਆ ਜੀ। ਇਸ ਕਰਕੇ ਮੈਂ ਸੋਚਦਾ ਵੀ ਜੇ ਪਾਕਿਸਤਾਨ ਵਾਲੇ ਪਾਸੇ ਕਰਤਾਰਪੁਰ ਜਾ ਕੇ ਜਿਹੜੀ ਉੱਥੇ ਸ਼ਹਿਰ ਵਸਾ ਸਕਦੀ ਹੈ ਪਾਕਿਸਤਾਨ ਸਰਕਾਰ, ਫਿਰ ਇੰਡੀਆ ਸਰਕਾਰ ਨੂੰ ਕੀ ਆ, ਇਹ ਕਿਉਂ ਨਹੀਂ ਕਰ ਰਹੇ? ਕਿਸਾਨਾਂ ਨੂੰ ਜੋ ਮੰਗਦੇ ਆ ਜੀ ਪੈਸੇ ਦੇ ਦੇਣੇ ਚਾਹੀਦੇ ਜੀ। ਬਿਲਕੁਲ ਇਹ ਗੱਲ ਦਰੁਸਤ ਹੈ। ਜਿਹੜੇ ਕਿਸਾਨ ਆ ਇੱਧਰ ਦੇ ਭਾਰਤ ਵਾਲੇ ਪਾਸੇ ਦੇ ਕਿਸਾਨ ਆ ਜਿਹੜੇ, ਉਹਨਾਂ ਨੇ ਇਹ ਵੀ ਗੱਲ ਕਹੀ ਆ ਕਿ ਉੱਧਰ ਫਸਲਾਂ ਦੀ ਕਟਾਈ ਜਿਹੜੀ ਆ ਕੰਬਾਈਨ ਨਾਲ ਕੀਤੀ ਗਈ ਆ ਤੇ ਇੱਥੇ ਬਿਨਾਂ ਮੁਆਵਜ਼ਾ ਦਿੱਤਿਆਂ ਜਿਹੜੀ ਗੋਭੀ ਬੀਜੀ ਗਈ ਸੀਗੀ ਜਾਂ ਹੋਰ ਕੋਈ ਫਸਲ ਸੀਗੀ, ਉਸ ਨੂੰ ਉੱਦਾਂ ਹੀ ਖਰਾਬ ਕਰ ਦਿੱਤਾ ਗਿਆ ਆ। ਨਾ ਉਹਨਾਂ ਦਾ ਪੈਸਾ ਕੋਈ ਕਿਸਾਨਾਂ ਨੂੰ ਦਿੱਤਾ ਗਿਆ ਤੇ ਨਾ ਹੀ ਉਸ ਦੀ ਕਟਾਈ ਕੀਤੀ ਗਈ ਆ। ਸੋ ਇਸ ਦੇ ਨਾਲ ਪੱਟੀ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ। ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਆ ਕਿ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ 550ਵਾਂ ਪ੍ਰਕਾਸ਼ ਦਿਹਾੜਾ ਆ, ਇਹ ਸਰਕਾਰ ਨਾਲ ਰਲ ਕੇ ਮਨਾਉਣਾ ਚਾਹੁੰਦੇ ਆ। ਅਕਾਲ ਤਖ਼ਤ ਸਾਹਿਬ ਤੋਂ ਵੀ ਇਹ ਆਦੇਸ਼ ਨੇ ਤੇ ਇਸ ਦੇ ਨਾਲ ਉੱਥੇ ਬਹੁਤ ਸਾਰੀਆਂ ਸ਼ਖਸੀਅਤਾਂ ਆਉਣੀਆਂ। ਰਾਸ਼ਟਰਪਤੀ ਜਿਹੜੇ ਆ ਉਹਨਾਂ ਨੇ ਵੀ ਪਹੁੰਚਣਾ ਆ, ਰਾਜਪਾਲ ਵੱਖ-ਵੱਖ ਸੂਬਿਆਂ ਦੇ ਪਹੁੰਚਣੇ ਆ ਤੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਆਉਣੀਆਂ। ਇਸ ਕਰਕੇ ਸਟੇਜ ਇੱਕੋ ਹੀ ਹੋਣੀ ਚਾਹੀਦੀ ਆ। ਪਹਿਲੀ ਗੱਲ ਤੇ ਇਹ ਆਪਾਂ ਕਹਿ ਲਈਏ ਜੀ ਵੀ ਅੱਗ ਤੇ ਪਾਣੀ ਕਦੀ ਇਕੱਠੇ ਨਹੀਂ ਹੋ ਸਕਦੇ ਜੀ। ਦੂਸਰੀ ਚੀਜ਼ ਇਹ ਕਹਿ ਦਈਏ ਵੀ ਪਹਿਲਾਂ ਸਰਕਾਰ ਨੇ ਚਿੱਠੀ ਲਿਖੀ ਹੈ SGPC ਨੂੰ ਵੀ ਆਪਾਂ ਰਲ ਕੇ ਬਣਾਈਏ ਜੀ। ਸ਼੍ਰੋਮਣੀ ਕਮੇਟੀ ਨੇ ਉਹਨਾਂ ਚਿੱਠੀਆਂ ਦਾ ਕੋਈ ਜਵਾਬ ਨਹੀਂ ਦਿੱਤਾ ਜੀ। ਸਰਕਾਰ ਦੇ ਬਾਰ-ਬਾਰ ਬਿਆਨ ਵੀ ਆਉਂਦੇ ਰਹੇ ਜੀ ਵੀ ਅਸੀਂ ਰਲ ਕੇ ਮਨਾਉਣ ਲਈ ਤਿਆਰ ਹਾਂ ਜੀ। ਲੇਕਿਨ ਹੁਣ ਸ਼੍ਰੋਮਣੀ ਕਮੇਟੀ ਨੂੰ ਕਿਹੜੀ ਯਾਦ ਆਈ ਆ, ਕਿੱਥੋਂ ਜਾਗ ਆ ਗਈ ਪਤਾ ਕੋਈ ਨਹੀਂ ਜੀ। ਹੁਣ ਉਹ ਕਹਿੰਦੇ ਵੀ ਅਸੀਂ ਜਿਹੜਾ ਵਾ ਉਹ ਰਲ ਕੇ ਮਨਾਉਣਾ ਚਾਹੁੰਦੇ ਹਾਂ ਜੀ। ਇਹ ਤੁਹਾਨੂੰ ਸਰਕਾਰ ਵੱਲੋਂ ਕੀ ਰਿਐਕਸ਼ਨ ਹੁੰਦਾ ਵਾ ਜੀ, ਉਹ ਤੇ ਬਾਅਦ 'ਚ ਪਤਾ ਲੱਗੇਗਾ। ਪਰ ਮੈਂ ਇੰਨੀ ਗੱਲ ਜ਼ਰੂਰ ਕਹੂੰਗਾ ਕਿ ਜਦੋਂ ਇਹ ਰਲ ਕੇ ਮਨਾਉਣਗੇ ਫਿਰ ਜਿਹੜਾ ਸਾਰਾ ਕਬਜ਼ਾ ਕਿਹਦਾ ਹੋਊ ਉੱਥੇ ਕਬਜ਼ਾ ਜਿਹੜਾ ਵਾ ਸਰਕਾਰ ਦਾ ਹੋਏਗਾ, ਅਕਾਲੀ ਦਲ ਦਾ ਹੋਏਗਾ ਕਿ ਸ਼੍ਰੋਮਣੀ ਕਮੇਟੀ ਦਾ ਹੋਏਗਾ। ਇਸ ਕਰਕੇ ਇਸ ਚੀਜ਼ ਨੂੰ ਲੈ ਕੇ ਜਿਹੜਾ ਉਹ ਕਾਫੀ ਹੱਦ ਤੱਕ ਜਿਹੜੇ ਆ ਮੇਰਾ ਖਿਆਲ ਆ ਵੀ ਉਹ ਰੁਕਾਵਟ ਪੈ ਸਕਦੀ ਆ ਜੀ। ਵੈਸੇ ਜਿਹੜਾ ਇਹ ਰਲ ਕੇ ਬਣਾਇਆ ਜਾਵੇ, ਜਿਸ ਤਰ੍ਹਾਂ ਅਕਾਲ ਤਖ਼ਤ ਦੇ ਆਦੇਸ਼ ਆ, ਬੜੀ ਚੰਗੀ ਗੱਲ ਆ।
ਉਹਦੇ ਵਿੱਚ ਰੁਕਾਵਟ ਜੇ ਪਾਉਣਗੇ ਤੇ ਮੇਰੇ ਖਿਆਲ ਅਕਾਲੀ ਪਾਉਣਗੇ ਜੀ, ਸਰਕਾਰ ਵਾਲੇ ਪਾਸੇ ਰੁਕਾਵਟ ਪੈਣ ਦੇ ਚਾਂਸ ਬੜੇ ਘੱਟ। ਜੀ ਜੀ ਭੱਟੀ ਸਾਹਿਬ, ਇਸ ਦੇ ਨਾਲ ਨਾਲ ਪੰਥਕ ਧਿਰਾਂ ਦੇ ਵੱਲੋਂ ਬਾਦਲਾਂ ਦੇ ਖਿਲਾਫ ਜਿਹੜੀ ਰੋਸ ਮਾਰਚ ਕੱਢਣ ਦੀ ਤਿਆਰੀ ਕਰ ਲਈ ਗਈ ਆ। ਕੱਲ ਮੀਟਿੰਗ ਹੋਈ ਆ, 8 ਮਈ ਨੂੰ ਜਿਹੜਾ ਆ ਰੋਸ ਮਾਰਚ ਕੱਢਿਆ ਜਾਵੇਗਾ ਤੇ ਬਾਦਲ ਪਿੰਡ ਜਾਵੇਗਾ ਬਰਗਾੜੀ ਤੋਂ ਲੈ ਕੇ ਰੋਸ ਮਾਰਚ, ਤੇ ਉਸ ਤੋਂ ਬਾਅਦ ਦੇ ਵਿੱਚ ਹੋਰ ਵੀ ਮਾਰਚ ਜਿਹੜੇ ਆ ਕੱਢੇ ਜਾਣਗੇ। ਸੋ ਇਹਦਾ ਕੋਈ ਅਸਰ ਜਿਹੜਾ ਆ ਉਹ ਹੋਵੇਗਾ ਜਾਂ ਲੋਕਾਂ ਨੂੰ ਜਾਗਰੂਕ ਕਰਨ ਦੀ ਉਹਨਾਂ ਨੇ ਇੱਕ ਵਾਰ ਫਿਰ ਉਸ ਚੀਜ਼ ਦਾ ਚੇਤਾ ਕਰਾਉਣ ਦੀ ਕੋਸ਼ਿਸ਼ ਜਿਹੜੀ ਕੀਤੀ ਜਾ ਰਹੀ ਹੈ? ਇਹਦੇ ਵਿੱਚ ਜਿਹੜਾ ਭਾਈ ਮੋਹਕਮ ਸਿੰਘ ਯੂਨਾਈਟਿਡ ਅਕਾਲੀ ਦਲ ਦੇ ਲੀਡਰ ਨੇ ਜੀ, ਭਾਈ ਗੁਰਦੀਪ ਸਿੰਘ ਬਠਿੰਡਾ ਜੀ, ਜਿਹੜੇ ਆਪਣੇ ਬਰਗਾੜੀ ਮੋਰਚੇ ਨਾਲ ਸਹਿਮਤ ਸੀਗੇ, ਉਹਨਾਂ ਨਾਲ ਸੀ, ਮੋਢੇ ਦਾ ਮੋਢਾ ਜੋੜ ਕੇ ਖੜੇ ਸੀਗੇ। ਉਹਨਾਂ ਨੇ ਕੱਲ੍ਹ ਪ੍ਰੈਸ ਕੀਤੀ ਆ ਵੀ ਅਸੀਂ 8 ਤਰੀਕ ਨੂੰ ਇੱਕ ਮਾਰਚ ਲੈ ਕੇ ਜਾਵਾਂਗੇ ਬਰਗਾੜੀ ਤੋਂ ਲੈ ਕੇ ਤੇ ਬਾਦਲ ਪਿੰਡ ਤੱਕ। ਉਹ ਮਾਰਚ ਕਰਨ ਲੋਕਾਂ ਨੂੰ ਅਵੇਅਰ ਕਰਾਂਗੇ ਅਸੀਂ ਵੀ ਦੋਸ਼ੀ ਕੌਣ ਜੀ, ਗੁਰੂ ਸਾਹਿਬ ਦੀ ਬੇਅਦਬੀ ਦਾ ਦੋਸ਼ੀ ਕੌਣ। ਨਾਲ ਉਹਨਾਂ ਇਹ ਵੀ ਗੱਲ ਕਹੀ ਆ, ਦੂਸਰਾ ਮਾਰਚ ਸਾਡਾ 10 ਮਈ ਨੂੰ ਹੋਵੇਗਾ ਜੀ। 10 ਮਈ ਨੂੰ ਅਸੀਂ ਜਿਹੜਾ ਬਰਗਾੜੀ ਤੋਂ ਲੈ ਕੇ ਬਹਿਬਲ ਖੰਡ ਤੋਂ ਲੈ ਕੇ ਅਸੀਂ ਜਿਹੜੇ ਜਲਾਲਾਬਾਦ ਤੱਕ ਜਾਵਾਂਗੇ ਜੀ। ਤੇ 10 ਮਾਰਚ ਨੂੰ ਜਿਹੜੀਆਂ ਉਹ 21ਵੀਂ ਕਮੇਟੀ ਆ ਭਾਈ ਜਗਤਾਰ ਸਿੰਘ ਹਵਾਰੇ ਦੀ ਬਣਾਈ ਹੋਈ ਜੀ, ਉਹ ਵੀ ਮਾਰਚ ਕੱਢ ਰਹੇ ਨੇ ਬਠਿੰਡੇ ਤੋਂ ਲੈ ਕੇ ਤੇ ਇੱਧਰ ਆਪਣੇ 10 ਮਈ ਨੂੰ ਜੀ, ਤੇ ਉਹ ਵੀ ਕੱਢ ਰਹੇ ਨੇ। ਲੇਕਿਨ ਭਾਈ ਮੋਹਕਮ ਸਿੰਘ ਦਾ ਦਾਅਵਾ ਵੀ ਭਾਈ ਨਰੈਣ ਸਿੰਘ ਚੋੜੇਕਲ ਸਾਡੇ ਨਾਲ ਸਨ, ਉਹਨਾਂ ਨੇ ਕਹਿਤਾ ਵੀ 10 ਦਾ ਮਾਰਚ ਸਾਡਾ ਜਿਹੜਾ ਸਾਂਝਾ ਹੋਏਗਾ, ਇਕੱਠੇ ਹੋ ਕੇ ਅਸੀਂ ਕੱਢਾਂਗੇ ਤੇ ਬੜੀ ਚੰਗੀ ਗੱਲ ਆ। ਇਹਦੇ ਵਿੱਚ ਮੇਰੇ ਖਿਆਲ ਆ ਵੀ ਭਾਈ ਧਿਆਨ ਸਿੰਘ ਮੰਡ ਤੇ ਬਾਬਾ ਬਲਜੀਤ ਸਿੰਘ ਦਾਦੂ ਵੀ ਸ਼ਾਮਲ ਹੋਣਗੇ ਜੀ। ਲੋਕਾਂ ਨੂੰ ਜਾਗਰੂਕ ਕਰਨਾ ਜਿਹੜਾ ਫਰਜ਼ ਬਣਦਾ ਉਹਨਾਂ ਦਾ, ਚੰਗੀ ਗੱਲ ਆ। ਲੇਕਿਨ ਉਹਨਾਂ ਤੇ ਇਹ ਦੋਸ਼ ਲੱਗਦਾ ਵਾ ਵੀ ਬਰਗਾੜੀ ਮੋਰਚਾ ਨਾ ਹੋਮਵਰਕ ਕਰਕੇ ਲਾਇਆ ਗਿਆ ਸੀ, ਨਾ ਖਤਮ ਕੀਤਾ ਗਿਆ। ਕੱਲ੍ਹ ਮੈਨੂੰ ਇੱਕ ਲੀਡਰ ਕਹਿ ਰਿਹਾ ਸੀਗਾ ਵੀ ਅਸੀਂ ਪਹਿਲਾਂ ਹੀ ਬਿਆਨ ਦਿੰਦੇ ਸੀ, ਪਹਿਲਾਂ ਹੀ ਕਹਿੰਦੇ ਸੀਗੇ ਵੀ ਜਿਸ ਦਿਨ ਬਾਦਲ ਆ ਕੇ ਅਕਾਲ ਤਖਤ ਤੇ ਮਾਫੀ ਮੰਗ ਲੇਗਾ ਉਸ ਦਿਨ ਮੋਰਚਾ ਖਤਮ ਹੋ ਜਾਏਗਾ। ਵਾਕਿਆ ਹੀ ਬਾਦਲ ਸਾਹਿਬ ਦੇ ਮਾਫੀ ਮੰਗਣ ਤੋਂ 1 ਹਫ਼ਤੇ ਬਾਅਦ ਮੋਰਚਾ ਜਿਹੜਾ ਸੀ ਉਹ ਸਮਾਪਤ ਕਰ ਦਿੱਤਾ ਗਿਆ ਸੀਗਾ ਜੀ। ਇਹ ਜੇ ਇਹ ਗੱਲ ਸੱਚੀ ਆ ਤੇ ਫਿਰ ਤੇ ਕਵਾਂਗੇ ਅਸੀਂ ਇੱਕ ਫਰੈਂਡਲੀ ਮੈਚ ਹੋ ਰਿਹਾ ਵਾ। ਤੇ ਗੱਲ ਜੇ ਸੱਚੀ ਨਹੀਂ ਤੇ ਫਿਰ ਮੈਂ ਸੋਚਦਾ ਵੀ ਇਹਨਾਂ ਦਾ ਮਾਰਚ ਕੱਢਿਆ ਜਾਣਾ ਚਾਹੀਦਾ ਵਾ, ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਵਾ। ਕਿਉਂਕਿ ਜੇ ਇਹ ਲੋਕ ਫਿਰ ਸੱਤਾ ਚਾਹੁੰਦੇ ਆ, ਫਿਰ ਪਾਵਰ ਚਾਹੁੰਦੇ ਆ, ਤੇ ਸਿੱਖਾਂ ਦੀ ਭਲਾਈ ਨਹੀਂ ਹੋ ਸਕਦੀ ਜੀ। ਸੋ ਬਿਲਕੁਲ ਜਾਣੇ ਅਣਜਾਣੇ ਹੋਈਆਂ ਭੁੱਲਾਂ ਦੀ ਮਾਫੀ ਜਿਹੜੀ ਆ ਉਹ ਸਮੁੱਚੇ ਬਾਦਲ ਪਰਿਵਾਰ ਨੇ ਤੇ ਸਮੁੱਚੀ ਪਾਰਟੀ ਨੇ ਆ ਕੇ ਇੱਥੇ ਸੇਵਾ ਕਰਕੇ ਜਿਹੜੀ ਆ ਉਹ ਮੰਗੀ ਸੀਗੀ, ਪਰ ਇਹ ਨਹੀਂ ਦੱਸਿਆ ਗਿਆ ਕਿ ਉਹ ਕਿਹੜੀਆਂ ਭੁੱਲਾਂ ਸੀਗੀਆਂ ਜਿਹੜੀਆਂ ਹੋਈਆਂ ਸੀਗੀਆਂ। ਇਸ ਦੇ ਨਾਲ ਭੱਟੀ ਸਾਹਿਬ ਗੱਲ ਕੀਤੀ ਜਾਵੇ ਤਾਂ ਜਿੱਥੇ ਬੜੇ ਸਟਰੋਂਗ ਕੈਂਡੀਡੇਟ ਪੰਜਾਬ ਦੇ ਵਿੱਚ ਖੜੇ ਨੇ, ਉਸ ਦੇ ਨਾਲ ਕਈ ਡੰਮੀ ਜਿਹੜੇ ਉਮੀਦਵਾਰ ਨੇ ਉਹ ਵੀ ਇਹ ਨਜ਼ਰ ਆ ਰਹੇ ਆ। ਇਹ ਕਿਉਂ ਇਸ ਤਰ੍ਹਾਂ ਹੋ ਰਿਹਾ ਆ? ਇਸ ਵੇਲੇ ਜੀ 464 ਪਾਰਟੀਆਂ ਜਿਹੜੀਆਂ ਵਾ ਉਹ ਚੋਣ ਲੜ ਰਹੀਆਂ ਜੀ, ਸਾਰੇ ਹਿੰਦੁਸਤਾਨ ਦੇ ਜੀ, ਜਿਹੜੀਆਂ ਰਜਿਸਟਰਡ ਨੇ ਜੀ। ਜਿਹੜੇ ਆਜ਼ਾਦ ਉਮੀਦਵਾਰ ਉਹਨਾਂ ਦੀ ਗਿਣਤੀ ਵੱਖਰੀ ਹੈ। ਇਹਨਾਂ ਦੇ ਜੇ ਯੂਪੀ ਦੇ ਮੁਜ਼ੱਫਰਨਗਰ ਸੀਟ ਆ ਜੀ, ਉੱਥੇ ਚੋਣ ਕਮਿਸ਼ਨ ਨੇ ਆਪ ਰੇਡ ਕਰਕੇ 7 ਡੰਮੀ ਉਮੀਦਵਾਰ ਫੜੇ ਨੇ। ਡੰਮੀ ਉਮੀਦਵਾਰ ਕੌਣ ਨੇ? ਡੰਮੀ ਉਮੀਦਵਾਰ ਇਹ ਆ ਵੀ ਇੱਕ ਹਰਿੰਦਰ ਸਿੰਘ ਗਿੱਲ ਚੋਣ ਮੈਦਾਨ 'ਚ ਖੜਾ, ਹਰਿੰਦਰ ਸਿੰਘ ਗਿੱਲ ਦੇ ਨਾਲ ਮਿਲਦਾ ਜੁਲਦਾ ਨਾਂ ਇੱਕੋ ਬੰਦਾ ਫੜ ਕੇ ਖੜਾ ਕਰਦਾ ਵੀ ਇਹ ਹਰਿੰਦਰ ਸਿੰਘ ਗਿੱਲ। ਜਦੋਂ ਉਹਨਾਂ ਦੇ ਲਾਗੋ ਲਾਗੀ ਬਟਨ ਆ ਜਾਂਦੇ ਤੇ ਆਟੋਮੈਟਿਕਲੀ ਇੱਕ ਦੀ ਬਜਾਏ ਦੂਜਾ ਬਟਨ ਦਬਾਇਆ ਜਾਂਦਾ। ਹੇਮਾ ਮਾਲਿਨੀ ਦੀ ਗੱਲ ਕਰਦਾ, 2014 ਜਦੋਂ ਚੋਣ ਲੜੀ ਤੇ ਹੇਮਾ ਮਾਲਿਨੀ ਦੇ ਬਰਾਬਰ ਇੱਕ ਹੇਮਾ ਮਾਲਿਨੀ ਹੋਰ ਲੈਣ ਦੀ ਗਈ, ਉਹਨੇ ਵੀ ਚੋਣ ਲੜੀ ਜੀ। ਉਹ ਜਦੋਂ ਉਹਨੇ ਚੋਣ ਲੜੀ ਉਸ ਹੇਮਾ ਮਾਲਿਨੀ ਨੇ, ਤਾਂ ਉਹਨੂੰ ਵੀ ਮੇਰੇ ਖਿਆਲ ਕੋਈ 10,000 ਵੋਟ ਪੈ ਗਈ ਸੀ ਜੀ। ਜੇ 10,000 ਵੋਟ ਉਹਨੂੰ ਪੈ ਗਈ ਸੀਗੀ, ਜੇ ਹੇਮਾ ਮਾਲਿਨੀ ਦਾ ਉੱਥੇ ਬਰਾਬਰ ਦੀ ਟੱਕਰ ਹੁੰਦੀ, ਕਾਂਟੇ ਦਾ ਮੁਕਾਬਲਾ ਹੁੰਦਾ, ਤੇ ਮੈਂ ਇਹ ਕਹਿੰਦਾ ਵੀ ਹੇਮਾ ਮਾਲਿਨੀ ਹਾਰ ਵੀ ਸਕਦੀ ਸੀ ਉਹ ਡੰਮੀ ਉਮੀਦਵਾਰ ਕਰਕੇ। ਇਸੇ ਤਰ੍ਹਾਂ ਇੱਕ ਕਰਕੇ ਹੋਰ ਤੋਂ ਜਿਹੜਾ ਜੋਸਫ ਪਾਸਵਾਨ ਪੂਰਨੀਆ ਹਲਕਾ ਵਾ ਆਪਣੇ ਬਿਹਾਰ ਦਾ ਜੀ, ਉੱਥੋਂ ਖੜਾ ਸੀ, ਨਾ ਦੂਜੇ ਪਾਸੇ ਖੜਾ ਸੀ ਪੱਪੂ ਯਾਦਵ ਜੀ। ਪੱਪੂ ਯਾਦਵ ਨੂੰ ਹਰਾਉਣ ਵਾਸਤੇ ਇਹਨਾਂ ਨੇ ਜੋਸਫ ਪਾਸਵਾਨ ਲਿਆ ਜਾਂਦਾ ਵੀ ਪਾਸਵਾਨ ਦੇ ਨਾਂ ਤੇ ਵੋਟਾਂ ਪੈ ਜਾਣਗੀਆਂ। ਪੱਪੂ ਯਾਦਵ ਦਾ ਪੱਲੜ ਵਾਲਾ ਭਾਰੀ ਸੀ, ਉਹ ਜਿੱਤ ਗਿਆ। ਲੇਕਿਨ ਉਸ ਪਾਸਵਾਨ ਨੂੰ ਡੰਮੀ ਉਮੀਦਵਾਰ ਨੂੰ ਵੀ 55,000 ਵੋਟ ਮਿਲ ਗਈ ਸੀ। ਇਸ ਕਰਕੇ ਮੈਂ ਸੋਚਦਾ ਹਾਂ ਵੀ ਇਹ ਆਉਣ ਵਾਲਾ ਸਮਾਂ ਜਿੱਦਾਂ ਚੱਲਦਾ ਰਿਹਾ, ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਵੀ ਅਸਲੀ ਉਮੀਦਵਾਰ ਰਹਿ ਜਾਣਗੇ ਤੇ ਡੰਮੀ ਜਿੱਤ ਜਾਣਗੇ ਜੋ ਕੁਛ ਚੱਲ ਰਿਹਾ ਵਾ ਜੀ।
यूपी ਦੇ ਵਿੱਚ ਪਿਛੇ ਚੋਣਾਂ ਹੋਈਆਂ ਨੇ ਉਹਦੇ ਵਿੱਚ 403 ਜਿਹੜੇ ਸੀਟਾਂ ਸੀ 223 ਪਾਰਟੀਆਂ ਨੇ ਲੜੀਆਂ ਤੇ ਉਹਨਾਂ ਨੇ ਕੋਈ 2000 ਦੇ ਕਰੀਬ ਡੰਮੀ ਉਮੀਦਵਾਰ ਖੜਾ ਕੀਤਾ। ਇਸ ਕਰਕੇ ਮੈਂ ਸੋਚਦਾ ਵੀ ਚੋਣ ਕਮਿਸ਼ਨ ਨੂੰ ਸਖਤੀ ਕਰਨੀ ਚਾਹੀਦੀ ਹੈ। ਇਹੋ ਜਿਹੇ ਡੰਮੀ ਉਮੀਦਵਾਰ ਜਿਹੜੇ ਚੋਣ ਲੜਦੇ ਨੇ ਉਹਨਾਂ ਖਿਲਾਫ ਤੁਰੰਤ ਕਾਰਵਾਈ ਕੀਤੀ ਜਾਵੇ, ਕਿਉਂਕਿ ਇਹ ਲੋਕਤੰਤਰ ਨੂੰ ਖਤਰਾ ਪੈਦਾ ਕਰ ਰਹੇ ਨੇ। ਫਿਰ ਡੰਮੀ ਉਮੀਦਵਾਰ ਦੀ ਇੱਕ ਖਾਸੀਅਤ ਹੋਰ ਆ, ਜਿਵੇਂ ਇੱਕ ਮੇਨ ਆਦਮੀ ਨੂੰ 70 ਲੱਖ ਰੁਪਏ ਖਰਚ ਕਰਨ ਦੀ ਇਜਾਜ਼ਤ ਮਿਲੀ ਆ, ਉਹਦੇ ਖਾਤੇ 'ਚ ਪੈਸੇ ਪਾ ਦਿੰਦੇ ਵੀ ਖਰਚੇ ਨੇ ਕੀਤੇ ਆ ਜੀ, ਖਰਚ ਆਪ ਕਰ ਲੈਂਦੇ ਆ। ਜਿੰਨਾ ਖਰਚਾ ਅੱਜ ਇਲੈਕਸ਼ਨ ਤੇ ਲੋਕ ਸਭਾ 'ਚ ਇੱਕ ਸੀਟ ਤੇ ਹੋ ਰਿਹਾ ਵਾ 70 ਲੱਖ ਰੁਪਈਆ, ਤੇ ਇਹ ਲੋਕ ਨਾਮਜ਼ਦ ਦੀ ਪੇਪਰ ਫਾਈਲ ਕਰਨ ਵਾਸਤੇ ਖਰਚ ਕਰ ਦਿੰਦੇ ਆ। ਇਸ ਕਰਕੇ ਡੰਮੀ ਉਮੀਦਵਾਰ ਖੜੇ ਕੀਤੇ ਜਾਂਦੇ ਨੇ ਤੇ ਮੈਂ ਇਹ ਮਹਿਸੂਸ ਕਰਦਾ ਵੀ ਇਹਨਾਂ ਖਿਲਾਫ ਕਾਰਵਾਈ ਨਾ ਕੀਤੀ ਤੇ ਹਿੰਦੁਸਤਾਨ ਦੇ ਲੋਕਤੰਤਰ ਨੂੰ ਬੜਾ ਵੱਡਾ ਖਤਰਾ ਪੈਦਾ ਹੋ ਜਾਏ ਜੀ। ਇਸ ਨਾਲ ਭੱਟੀ ਸਾਹਿਬ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਹੜੇ ਆ ਉਹ 13 ਮਈ ਨੂੰ ਬਠਿੰਡਾ ਵਿੱਚ ਆ ਰਹੇ ਆ ਤੇ ਪ੍ਰਕਾਸ਼ ਸਿੰਘ ਬਾਦਲ ਵੀ ਕੱਲ ਬਠਿੰਡਾ ਦੇ ਵਿੱਚ ਸਨ, ਲੋਕਾਂ ਨੂੰ ਲਾਮਬੰਦ ਕਰ ਰਹੇ ਸਨ। ਇਹ ਦੱਸ ਰਹੇ ਸਨ ਕਿ 13 ਮਈ ਨੂੰ ਪ੍ਰਧਾਨ ਮੰਤਰੀ ਆ ਰਹੇ, ਉੱਥੇ ਇਕੱਠ ਵੀ ਵੱਡਾ ਹੋਵੇ। ਉੱਥੇ ਉਸ ਦੇ ਨਾਲ ਨਵਜੋਤ ਸਿੱਧੂ ਦੇ ਉੱਤੇ ਵੀ ਉਹਨਾਂ ਨੇ ਬਿਆਨ ਦਿੱਤਾ ਆ ਕਿ ਨਵਜੋਤ ਸਿੰਘ ਸਿੱਧੂ ਇਹ ਕਹਿ ਰਹੇ ਸੀ ਕਿ ਬਾਦਲਾਂ ਦਾ ਸਾਰਾ ਪਰਿਵਾਰ ਜਿਹੜਾ ਬਠਿੰਡੇ ਆ ਕੇ ਬੈਠ ਗਿਆ ਆ, ਤੇ ਉਹਨਾਂ ਨੇ ਕਿਹਾ ਕਿ ਉਹ ਨਵਜੋਤ ਸਿੰਘ ਸਿੱਧੂ ਜਿਹੜੇ ਆ ਉਹ ਇੱਕ ਮਜ਼ਾਕੀਆ ਕਰੈਕਟਰ ਨੇ ਤੇ ਅਜਿਹੇ ਲੋਕਾਂ ਦੇ ਚੁਟਕਲਿਆਂ ਦੇ ਉੱਤੇ ਜਿਹੜੇ ਲੋਕ ਨੇ ਉਹ ਹੱਸਦੇ ਜ਼ਰੂਰ ਨੇ ਪਰ ਵੋਟਾਂ ਨਹੀਂ ਦਿੰਦੇ। ਇਹ ਤੇ ਮੈਂ ਸੋਚਦਾ ਵੀ ਬਾਦਲ ਸਾਹਿਬ ਦੀ ਜਿਹੜੀ ਹੈ ਨਾ, ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ, ਬਾਦਲ ਸਾਹਿਬ ਨੇ ਸਿਆਸਤ PhD ਕੀਤੀ ਤੇ ਝੂਠ ਦੇ 'ਚ PhD ਕੀਤੀ ਜੀ। ਸਿੱਧੂ ਦਾ ਸਭ ਕੁਝ ਸਾਹਮਣੇ ਹੈ। ਸਿੱਧੂ ਇੱਥੋਂ ਚਾਰ ਵਾਰੀ ਇਲੈਕਸ਼ਨ ਜਿੱਤਿਆ ਵਾ ਜੀ, ਜੇ ਉਹਦੇ ਕਹਿੰਦ ਜਿੱਤਿਆ, ਉਹਦੇ ਪ੍ਰਚਾਰ ਕੀਤਾ, ਆਪਣੀ ਗੱਲ ਕੀਤੀ, ਲੋਕਾਂ ਦੀ ਗਿਆ ਸੈਲਿਬ੍ਰਿਟੀ ਸੀ ਜੀ, ਲੋਕਾਂ ਨੇ ਉਹਨੂੰ ਜਿਤਾਇਆ ਜੀ। ਤੇ ਜੇ ਬਾਦਲ ਸਾਹਿਬ ਅਜੇ ਵੀ ਕਹੀ ਜਾਂਦੇ ਵੀ ਵੋਟਾਂ ਨਹੀਂ ਦਿੰਦੇ ਤੇ ਫਿਰ ਉਹ ਵੋਟਾਂ ਕਿੱਥੋਂ ਆ ਗਈਆਂ? ਉਹ ਕੋਈ ਏਲੀਅਨ ਤੇ ਪਾ ਨਹੀਂ ਗਏ ਜੀ, ਲੋਕਾਂ ਨੇ ਵੋਟਾਂ ਪਾਈਆਂ। ਬਾਦਲ ਸਾਹਿਬ ਸੱਚ ਆਪਣੇ ਕਹਿੰਦੇ ਹੁੰਦੇ ਵੀ ਤਸੱਲੀ ਦੇਣ ਵਾਸਤੇ ਆਪਣੇ ਦਿਲ ਨੂੰ ਵੀ ਚੱਲ ਕੋਈ ਗੱਲ ਨਹੀਂ ਯਾਦ ਸਾਹਿਬ ਕਹਿ ਕੇ ਆਪਣੀ ਗੱਲ ਨਿਬੇੜਦੀ ਆਪਾਂ। ਤੇ ਬਾਦਲ ਸਾਹਿਬ ਜੀ ਜਿਸ ਦਿਨ ਉਹਨਾਂ ਦੇ ਕਾਗਜ਼ ਰਿਜੈਕਟ ਹੋਏ ਸੀ ਜੀ, ਉਸ ਦਿਨ ਨਾਰਾਜ਼ ਹੋ ਗਏ ਸੀ ਪਰਿਵਾਰ ਨਾਲ। ਉਹ ਚੁੱਪ ਕਰਕੇ ਆਪਣੇ ਹਲਕੇ ਲੰਬੀ 'ਚ ਆ ਗਏ ਸੀ। ਉਹਨਾਂ ਆਪਣੇ ਸਾਥੀਆਂ ਨੂੰ ਵੀ ਕਹਿ ਦਿੱਤਾ ਸੀ ਭਾਈ ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਹਲਕੇ 'ਚ ਕੰਮ ਕਰੋ। ਜਿਹਦਾ ਖੰਡਨ ਕੀਤਾ ਸੀ ਸਿਕੰਦਰ ਸਿੰਘ ਮਲੂਕਾ, ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਬਦਮਾਸ਼ ਮੈਂਬਰ ਆ। ਉਹਨੇ ਤੁਹਾਨੂੰ ਪਤਾ ਪਿੱਛੇ ਜਿਹੇ ਜਦੋਂ ਮੰਤਰੀ ਸੀਗਾ, ਬਤੌਰ ਮੰਤਰੀ ਆਪਣੀਆਂ ਹੱਕ ਮੰਗ ਰਹੀਆਂ ਬੀਬੀਆਂ ਜਿਹੜੀਆਂ ਸੀ ਉਹਨਾਂ ਦੇ ਗੁੱਤਾਂ ਤੋਂ ਫੜ ਕੇ ਸੜਕਾਂ 'ਤੇ ਘਸੀਟਿਆ, ਆਪ ਘਸੀਟਿਆ। ਜਿਵੇਂ ਉਹਦੇ ਘਰ ਕੋਈ ਧੀ ਭੈਣ ਨਹੀਂ ਹੁੰਦੀ, ਲੋਕਾਂ ਨੇ ਉਹਦਾ ਬੜਾ ਬੁਰਾ ਮਨਾਇਆ ਸੀ। ਉਹ ਕਹਿ ਰਿਹਾ ਸੀ ਜੀ ਇਹੋ ਜਿਹੀ ਗੱਲ ਕੋਈ ਨਹੀਂ, ਅਸੀਂ ਬਠਿੰਡੇ 'ਚ ਆਪਣੀ ਕੰਪੇਨ ਕਰ ਰਹੇ ਹਾਂ ਤੇ ਤੇਰਾ ਤਾਂ ਕਿਹਾ ਬਠਿੰਡੇ 'ਚ ਵੀ ਤਾਂ ਤੂੰ ਤਾਂ ਕੰਪੇਨ ਕਰਨੀ ਆ। ਲੇਕਿਨ ਬਾਦਲ ਸਾਹਿਬ ਨੂੰ ਮੇਰਾ ਲੱਗਦਾ ਫਿਰ ਮਨਾ ਲਿਆ ਉਹਨਾਂ ਨੇ ਕਿ ਬਾਦਲ ਸਾਹਿਬ ਨਹੀਂ ਤੁਸੀਂ ਕੰਪੇਨ ਕਰੋ। ਲੇਕਿਨ ਬਾਦਲ ਸਾਹਿਬ ਉਸ ਦਿਨ ਨਾਰਾਜ਼ ਹੋ ਗਏ ਸੀ, ਮੇਰੇ ਕਾਗਜ਼ ਰਿਜੈਕਟ ਕਿਉਂ ਕਰਾਏ ਗਏ ਆ, ਕਿਹਨੇ ਭਰੇ ਸੀ? ਇੱਕ ਸਾਜ਼ਿਸ਼ ਤਾਂ ਰਹੇ ਨੇ ਕਿ ਮਨਪ੍ਰੀਤ ਬਾਦਲ ਨੇ ਕਹਿ ਦਿੱਤਾ ਸੀਗਾ ਇਹ ਗੱਡੀ ਹੁਣ ਹਰਸਿਮਰਤ ਕੌਰ ਬਾਦਲ ਦੀ ਸਲਿੱਪ ਕਰ ਗਈ। ਹੱਸ ਕੇ ਕਿਹਾ ਸੀ ਉਹਨਾਂ ਨੇ, ਨਾਲ ਕਹਿਤਾ ਵੀ ਹੁਣ ਤੇ ਚੋਣ ਜਿਹੜੇ ਵੱਡੇ ਬਾਦਲ ਸਾਹਿਬ ਲੜਨਗੇ ਇੱਥੋਂ ਬਠਿੰਡੇ ਤੋਂ, ਉਹਨੂੰ ਰੋਕਣ ਵਾਸਤੇ ਕਾਗਜ਼ ਰਿਜੈਕਟ ਹੋਏ। ਤੇ ਬਾਦਲ ਸਾਹਿਬ ਨਾਰਾਜ਼ ਤਾਂ ਜ਼ਰੂਰ ਸੀ, ਲੇਕਿਨ ਫਿਰ ਵੀ ਕਹਿੰਦੇ ਭੱਜੀਆਂ ਬਾਹਾਂ ਗੱਲ ਨੂੰ ਆਉਂਦੀਆਂ ਵਾ। ਉਹਨਾਂ ਨੇ ਜਾ ਕੇ ਪ੍ਰਚਾਰ ਸ਼ੁਰੂ ਕਰਤਾ ਵਾ। ਨਰਿੰਦਰ ਮੋਦੀ 13 ਦੀ ਰੈਲੀ ਨੂੰ ਕਹਿਣ ਵਾਸਤੇ ਪਿੰਡ ਜਾ ਰਹੇ ਨੇ, ਘਰ ਜਾ ਰਹੇ ਨੇ। ਭਾਈ ਵੱਡੀ ਗਿਣਤੀ 'ਚ ਆਇਓ, ਆ ਕੇ ਇੱਥੇ ਰੌਣਕ ਵਧਾਇਓ, ਵੱਡੀ ਰੈਲੀ ਕਰਿਓ। ਇਹ ਰੈਲੀ ਹੁਣ ਕਿੱਡੀ ਵੱਡੀ ਹੁੰਦੀ ਹੈ, ਕਿੱਡੀ ਨਹੀਂ ਹੁੰਦੀ। ਲੇਕਿਨ ਸੁਖਬੀਰ ਸਿੰਘ ਬਾਦਲ ਬੜਾ ਕਲਾਕਾਰ ਆ, ਉਹਨੇ ਘੱਟੋ ਘੱਟ 5,000 ਬੰਦਾ ਜਿਹੜਾ ਵਾ ਉਹ ਵੈਸੇ ਹੀ ਜਿਹੜਾ ਵਾ ਉਹ ਪਰਚੇਜ਼ ਕਰ ਲੈਣਾ। 500 ਰੁਪਏ ਦਿਹਾੜੀ। ਤੁਸੀਂ ਵੇਖੋ ਜਾ ਕੇ ਇੰਟਰਵਿਊ ਕਰੋ ਉੱਥੇ ਲੋਕਾਂ ਦੀ, ਥੋੜ੍ਹਾ ਜਿਹਾ ਕ੍ਰਿਧ ਹੋ ਗਏ, ਲੋਕ ਦੱਸ ਦੇਣਗੇ 500 ਰੁਪਏ ਦਿਹਾੜੀ ਨਾਲ ਖਾਣਾ ਪੀਣਾ ਤੇ ਸਾਰੀ। ਜੀ ਬਿਲਕੁਲ। ਇਸ ਨਾਲ ਭੱਟੀ ਸਾਹਿਬ ਗੱਲ ਕੀਤੀ ਜਾਵੇ ਤਾਂ ਵਿਧਾਨ ਸਭਾ ਤੋਂ ਅਸਤੀਫਾ ਜਿਹੜਾ ਆ ਉਹ ਦੇ ਦਿੱਤਾ ਸੀਗਾ ਸੁਖਪਾਲ ਸਿੰਘ ਖਹਿਰਾ ਨੇ ਤੇ ਨਾਜਰ ਸਿੰਘ ਮਾਨਸ਼ਾਹੀਆ ਨੇ। ਸਪੀਕਰ ਨੇ ਉਹਨਾਂ ਨੂੰ ਬੁਲਾਇਆ ਆ ਹੁਣ ਕਿ ਜਿਹੜੇ ਅਸਤੀਫੇ ਦਿੱਤੇ ਪ੍ਰਵਾਨ ਹੋ ਜਾਣਗੇ ਹੁਣ? ਸਪੀਕਰ ਜਿਹੜੇ KP ਸਿੰਘ ਜੀ ਉਹਨਾਂ ਨੇ ਬੁਲਾਇਆ ਉਹਨਾਂ ਨੂੰ 21 ਮਈ ਨੂੰ ਜੀ, ਵੀ 21 ਮਈ ਨੂੰ ਤੁਸੀਂ ਆਓ ਜੀ। ਪਰ ਅਫਸੋਸ ਇਸ ਗੱਲ ਦਾ ਵੀ 2 ਵਿਧਾਇਕ ਹੋਰ ਨੇ, ਮਾਸਟਰ ਬਲਦੇਵ ਸਿੰਘ ਤੇ ਫੂਲਕਾ ਸਾਹਿਬ, ਉਹਨਾਂ ਨੂੰ ਨਹੀਂ ਬੁਲਾਇਆ ਗਿਆ। ਇਹ ਨਾਜਰ ਸਿੰਘ ਮਾਨਸ਼ਾਹੀਆ ਤੇ ਖਹਿਰਾ ਸਾਹਿਬ ਨੂੰ ਬੁਲਾਇਆ ਗਿਆ ਵੀ ਤੁਹਾਡੇ ਕਿਉਂ ਨਾ ਅਸਤੀਫੇ ਪ੍ਰਵਾਨ ਕਰ ਲੈ ਜਾਣ। ਉਹਨਾਂ ਦਾ ਮਤਲਬ ਇਹੋ ਹੀ ਆ ਵੀ ਇਹਨਾਂ ਦੇ ਉਮੀਦ ਆ ਅਸਤੀਫੇ ਪ੍ਰਵਾਨ ਹੋ ਜਾਣਗੇ। ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਇਸੇ ਚੈਨਲ ਦੇ ਉੱਤੇ, ਉਦੋਂ ਵੀ ਗੱਲ ਕਹੀ ਸੀ ਵੀ ਅਸਤੀਫੇ ਹੁਣ ਪ੍ਰਵਾਨ ਹੋਣੇ ਬਸ ਤੁਰ ਪਏ ਆ ਜੀ, ਤੇ ਜੇ ਉਹਨਾਂ ਬੁਲਾ ਲਿਆ ਤੇ ਫਿਰ ਅਸਤੀਫੇ ਪ੍ਰਵਾਨ ਵੀ ਕਰ ਲੈਣਗੇ। ਆਪਾਂ ਇਹ ਵੀ ਗੱਲ ਕਹੀ ਸੀ ਗਿੱਲ ਸਾਹਿਬ ਉਦੋਂ
ਵੀ ਅਸਤੀਫਾ ਹਮੇਸ਼ਾ ਹੀ ਬਾਈ ਪੋਸਟ ਨਹੀਂ ਜਾ ਕੇ ਜਾਤੀ ਰਾਤੇ ਪੇਸ਼ ਹੋ ਕੇ ਦਿੱਤਾ ਜਾਂਦਾ ਜੀ। ਇਸ ਕਰਕੇ ਉਹਨੇ ਬੁਲਾਇਆ ਵੀ ਤੁਸੀਂ ਹੁਣ ਆਪ ਜਾਤੀ ਤੌਰ ਤੇ ਅੱਗੇ ਪੇਸ਼ ਹੋ ਕੇ ਦੱਸੋ ਕਿ ਉਹਨਾਂ ਦਾ ਅਸਤੀਫਾ ਪ੍ਰਵਾਨ ਕਰ ਲਿਆ ਜਾਵੇ ਜੀ। ਉਹ ਕਹਿਣਗੇ ਜੀ ਦਿੱਤੇ ਅਸਤੀਫਾ ਵਾਸਤੇ ਪ੍ਰਵਾਨ ਵਾਸਤੇ, ਇਸ ਕਰਕੇ ਉਮੀਦ ਆ ਵੀ ਉਹਨਾਂ ਦਾ ਅਸਤੀਫਾ ਹੁਣ ਪ੍ਰਵਾਨ ਹੋ ਜਾਏਗਾ ਤੇ ਹੁਣ 2 ਚੋਣਾਂ ਦੇ ਘੱਟੋ ਘੱਟ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਜਿਹੜੀਆਂ ਆ ਜਾਣਗੀਆਂ। ਆਮ ਆਦਮੀ ਪਾਰਟੀ ਦੇ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸ਼ੇਰਗਿੱਲ ਦਾ ਕਾਫੀ ਵਿਵਾਦ ਜਿਹੜਾ ਉਹ ਪੈ ਗਿਆ ਸੀਗਾ ਪਹਿਲਾਂ ਚੋਣ ਕਮਿਸ਼ਨ ਦੇ ਨਾਲ, ਬਾਅਦ ਦੇ ਵਿੱਚ ਕੋਰਟ ਨੇ ਇਜਾਜ਼ਤ ਦੇ ਦਿੱਤੀ ਇਲੈਕਸ਼ਨ ਲੜਨ ਦੀ। ਪਹਿਲਾਂ ਤਾਂ ਇਹ ਵੀ ਸੁਣਨ ਦੇ ਵਿੱਚ ਆਇਆ ਸੀ ਕਿ ਉੱਥੋਂ ਟਕਸਾਲੀਆਂ ਤੇ ਆਮ ਆਦਮੀ ਪਾਰਟੀ ਦੇ ਵਿੱਚ ਗੱਠਜੋੜ ਵੀ ਹੋ ਸਕਦਾ ਆ, ਪਰ ਹੁਣ ਜਦੋਂ ਚੋਣ ਲੜਨ ਦੀ ਇਜਾਜ਼ਤ ਮਿਲ ਗਈ ਤੇ ਕਿਵੇਂ ਦੇਖਦੇ ਹੋ? ਜੇ ਕਿਤੇ ਨਰਿੰਦਰ ਸ਼ੇਰਗਿੱਲ ਨੂੰ ਨਾ ਮਿਲਦੀ ਪਰਮਿਸ਼ਨ, ਨਾ ਆਗਿਆ ਹਾਈ ਕੋਰਟ ਤੋਂ ਮਿਲਦੀ, ਤੇ ਇਹ ਪੋਸੀਬਿਲਿਟੀ ਸੀ ਵੀ ਅਕਾਲੀਆਂ ਦਾ ਤੇ ਆਪ ਦਾ ਸਮਝੌਤਾ ਹੋ ਸਕਦਾ ਜੀ। ਜੇ ਅਕਾਲੀਆਂ ਨਹੀਂ ਟਕਸਾਲੀਆਂ ਦਾ ਜੇ ਉਹ ਸਮਝੌਤਾ ਹੋ ਜਾਂਦਾ ਤੇ ਵੀਰ ਦਵਿੰਦਰ ਦੀ ਸਥਿਤੀ ਕਾਫੀ ਮਜ਼ਬੂਤ ਹੋ ਜਾਂਦੀ ਜੀ। ਜੇ ਉਹ ਪਹਿਲੇ ਨਹੀਂ ਤੇ ਦੂਸਰੇ ਨੰਬਰ ਤੇ ਜ਼ਰੂਰ ਹੁੰਦਾ ਜੀ। ਲੇਕਿਨ ਨਰਿੰਦਰ ਸ਼ੇਰਗਿੱਲ ਨੇ ਬੜੀ ਹਿੰਮਤ ਕੀਤੀ, ਵਕੀਲ ਖੜੇ ਕੀਤੇ, ਕਹਿੰਦੇ 5-6 ਘੰਟੇ ਉੱਥੇ ਬਹਿਸ ਹੋਈ ਹਾਈ ਕੋਰਟ ਦੇ ਵਿੱਚ। ਉਹ ਕਹਿੰਦੇ ਜੀ ਇਹਨੇ ਆਪਣੀ ਪਿਛਲੀ ਇਲੈਕਸ਼ਨ ਜਿਹੜੀ ਲੜੀ ਸੀ ਰੋਪੜ ਤੋਂ, ਜਾਂ ਮੇਰੇ ਖਿਆਲ ਲੜੀ ਸੀ ਰੋਪੜ ਤੋਂ ਲੜੀ ਸੀ ਕਿ ਮਾਲੀ ਤੋਂ ਲੜੀ ਸੀ, ਉਹਦਾ ਇਹਨੇ ਹਿਸਾਬ ਦੇ ਦਿੱਤਾ। ਉਹਦਾ ਵਕੀਲ ਕਹਿੰਦਾ ਅਸੀਂ ਹਿਸਾਬ ਦਿੱਤਾ, ਜੇ ਅਸੀਂ ਹਿਸਾਬ ਦਿੱਤਾ ਤਾਂ ਸਾਨੂੰ ਨੋਟਿਸ ਕਿਉਂ ਨਹੀਂ ਆਇਆ? ਅਸੀਂ ਆਪਣਾ ਹਿਸਾਬ ਦੇ ਦਿੱਤਾ ਤੇ ਸਾਡਾ ਸਿਸਟਮ ਇੱਦਾਂ ਦਾ ਹੈਗਾ ਵਾ 10-20 ਹਜ਼ਾਰ ਰੁਪਇਆ ਖਰਚ ਕਰੋ ਕਿਸੇ ਕਲਰਕ ਨੂੰ ਕਿ ਭਾਈ ਆ ਫਾਈਲ ਗੁੰਮ ਕਰ ਦੇ, ਆ ਵਿੱਚੋਂ ਕਾਗਜ਼ ਗੁੰਮ ਕਰ ਦੇ, ਤੇ ਸਾਡੇ ਬੜੇ ਬੜੇ ਮਹਾਰਥੀ ਆ ਇਹ ਜਿਹੜੇ ਇਤਿਹਾਸਕ ਕੰਮ ਕਰਨ ਵਾਲੇ ਜੀ, ਉਹ ਕਰ ਦਿੰਦੇ ਆ। ਇਸ ਕਰਕੇ ਨਰਿੰਦਰ ਸ਼ੇਰਗਿੱਲ ਨੂੰ ਜਿਹੜੀ ਪਰਮਿਸ਼ਨ ਮਿਲੀ ਵੀ ਜੇ ਉਹ ਕਹਿੰਦਾ ਸੀ ਅਸੀਂ ਹਿਸਾਬ ਦਿੱਤਾ ਤੇ ਫਿਰ ਚੋਣ ਕਮਿਸ਼ਨ ਨੇ ਪਹਿਲਾਂ ਕਿਉਂ ਨਹੀਂ ਕਿਹਾ ਵੀ ਇਹਨੇ ਹਿਸਾਬ ਨਹੀਂ ਦਿੱਤਾ? ਪਹਿਲਾਂ ਨੋਟਿਸ ਭੇਜਣਾ ਚਾਹੀਦਾ ਸੀ। ਜਦੋਂ ਕਾਗਜ਼ ਦਾਖਲ ਕੀਤੇ ਉਦੋਂ ਹੀ ਕਹਿੰਦੇ ਸੀ ਤੇਰਾ ਪਿਛਲਾ ਹਿਸਾਬ ਕਰੀ, ਤੇਰੇ ਕਾਗਜ਼ ਨਹੀਂ ਲੈਣੇ ਸੀ। ਬਾਅਦ ਚ objection ਤੁਸੀਂ ਕਿਉਂ ਲਾਇਆ? ਉਹਦੇ ਬਿਹਾਫ ਤੇ ਉਹਨੇ ਕਿਹਾ ਪਿਛਲੀ ਗੱਲ ਛੱਡੋ ਤੁਸੀਂ, ਇਹ ਹੁਣ ਚੋਣ ਲੜੇਗਾ। ਉਹਨਾਂ ਦੇ ਵਾਪਸ ਆਉਣ ਦੇ ਨਾਲ ਹੁਣ ਜਿਹੜਾ ਫਿਰ ਉੱਥੇ ਜਿਹੜੀ ਕਾਫੀ ਜਿਹੜੀ ਚੋਣ ਸਰਗਰਮੀਆਂ ਜਿਹੜੀਆਂ ਤੇਜ਼ ਹੋ ਗਈਆਂ ਨੇ, ਤੇ ਨਰਿੰਦਰ ਸਿੰਘ ਗਿੱਲ ਜਿਹੜੇ ਬੜੀ ਪਿਛਲੇ ਸਮੇਂ ਤੇ ਬੜੀ ਉਹਨੇ ਮਿਹਨਤ ਕੀਤੀ ਮੁੰਡੇ ਨੇ, ਉੱਥੇ ਇਹਦੀ ਗੱਲ ਨਹੀਂ ਕੀਤੀ, ਕਾਫੀ ਦੇਰ ਤੋਂ ਲੱਗਾ ਵਾ। ਗੱਲ ਬਣਦੀ ਜਾਂ ਨਹੀਂ ਬਣਦੀ ਇਹ ਤੁਹਾਨੂੰ ਵੋਟਰਾਂ ਦੇ ਹੱਥ ਜੀ। ਇਸ ਦੇ ਨਾਲ ਭੱਟੀ ਸਾਹਿਬ ਅਸੀਂ ਸਮੇਂ-ਸਮੇਂ ਤੇ ਚਰਚਾ ਕਰਦੇ ਰਹਿੰਦੇ ਹਾਂ, ਵੱਖ-ਵੱਖ ਗੇੜਾਂ ਜਿਹੜੇ ਉਹਨਾਂ ਦੇ ਵਿੱਚ ਇਲੈਕਸ਼ਨ ਹੋ ਰਹੀ ਆ, 7 ਗੇੜਾਂ ਦੇ ਵਿੱਚ ਪੂਰੀ ਹੋਣੀ ਹੈ ਇਲੈਕਸ਼ਨ। ਦਾਗੀ ਉਮੀਦਵਾਰਾਂ ਦੀ ਬੜੀ ਚਰਚਾ ਛਿੜਦੀ ਰਹੀ ਹੈ ਹਰ ਗੇੜ ਦੇ ਵਿੱਚ, ਤੇ ਹੁਣ ਕਿਹੜੇ ਦਾਗੀ ਉਮੀਦਵਾਰ ਹੋਰ ਵੀ ਹੈਗੇ ਹੁਣ ਆਉਣ ਵਾਲੇ ਜਿਹੜੇ ਗੇੜ ਰਹਿ ਗਏ ਨੇ ਉਹਨਾਂ ਦੇ ਵਿੱਚ? ਵੇਖੋ ਜੀ, ਆਹ ਜਿਹੜੇ ਚੋਣ ਲੜ ਹੋ ਰਹੀ ਆ ਇਸ 12ਵੇਂ ਮਤਲਬ 12 ਸੂਬਿਆਂ ਦੇ ਵਿੱਚ 6ਵੇਂ ਗੇੜ ਜਿਹੜੀ ਚੋਣ ਹੋਣੀ ਆ ਉਹਦੇ ਵਿੱਚ ਤੁਸੀਂ ਵੇਖੋ 12 ਮਈ ਨੂੰ ਵੋਟਾਂ ਪੈਣੀਆਂ ਨੇ ਉਹਦੇ ਵਿੱਚ 979 ਉਮੀਦਵਾਰ ਮੈਦਾਨ ਦੇ ਵਿੱਚ ਨੇ ਜਿਹਦੇ ਵਿੱਚੋਂ 54 ਉਮੀਦਵਾਰ ਭਾਰਤੀ ਜਨਤਾ ਪਾਰਟੀ ਦੇ ਨੇ, 54 ਦੇ ਵਿੱਚੋਂ 20 ਉਮੀਦਵਾਰ ਦਾਗੀ ਨੇ ਤੇ 18 ਦੇ ਉੱਤੇ ਗੰਭੀਰ ਕੇਸ ਨੇ। ਜਿਹੜੀ ਆਪਣੀ ਕਾਂਗਰਸ ਪਾਰਟੀ ਆ ਉਹਦੇ 46 ਸੀਟਾਂ ਦੇ ਉਮੀਦਵਾਰ ਖੜੇ ਨੇ, ਉਹਦੀ 46 ਜਿਹੜੀ ਆ 46 ਦੇ ਵਿੱਚੋਂ 20 ਜਿਹੜੇ ਦਾਗੀ ਨੇ ਤੇ 18 ਦੇ ਖਿਲਾਫ ਜਿਹੜੇ ਗੰਭੀਰ ਕੇਸ ਨੇ। ਇਸੇ ਤਰ੍ਹਾਂ ਬਸਪਾ ਦੇ ਆ ਉਹਦੇ ਵੀ 20 ਦੇ ਕਬੀਰ ਆਦਮੀ ਦਾਗੀ ਨੇ ਤੇ ਇਹਨਾਂ ਉਮੀਦਵਾਰਾਂ ਦੇ ਖਿਲਾਫ ਜਿਹੜਾ ਵਾ ਉਹ ਗੰਭੀਰ ਕੇਸ ਚੱਲ ਰਹੇ ਆ। ਤੇ ਜੇ ਇਹੋ ਜਿਹੇ ਲੋਕ ਸਾਡੀ ਲੋਕ ਸਭਾ ਜਾਣੇ ਆ ਤੇ ਮੈਂ ਸੋਚਦਾ ਉਹਨਾਂ ਤੋਂ ਉਮੀਦ ਵੀ ਉਹ ਰੱਖੀਏ ਵੀ ਉਹ ਤੇ ਕਹਿਣਗੇ ਵੀ ਜੇ ਕਿਸੇ ਨੇ ਡਾਕਾ ਮਾਰ ਲਿਆ ਉਹ ਵੀ ਮਾਫ, ਜੇ ਕਿਸੇ ਨੇ ਕਤਲ ਕਰਤਾ ਉਹ ਵੀ ਮਾਫ, ਜੇ ਕਿਸੇ ਨੇ ਬਲਾਤਕਾਰ ਕਰ ਲਿਆ ਉਹ ਵੀ ਮਾਫ। ਇਹੋ ਜਿਹੀ ਫਿਰ ਮਾਫੀ ਮਿਲਣੀ ਕਿ ਮਿਲਣਾ ਉੱਥੇ ਉਹਨੂੰ ਕਾਨੂੰਨ ਇਹੋ ਜਿਹੇ ਬਣਨੇ ਆ। ਇਸ ਕਰਕੇ ਇਹਨਾਂ ਲੋਕਾਂ ਦਾ ਮੈਂ ਸੋਚਦਾ ਲੋਕਾਂ ਨੂੰ ਬਾਈਕਾਟ ਕਰਨਾ ਚਾਹੀਦਾ। ਕਿਸੇ ਭਾਵੇਂ ਕੋਈ ਪਾਰਟੀ ਹੋਵੇ, ਆਜ਼ਾਦ ਹੋਵੇ, ਚੰਗਾ ਉਮੀਦਵਾਰ ਹੋਵੇ, ਚੰਗੇ ਸਲੀਕੇ ਵਾਲਾ ਹੋਵੇ, ਚੰਗੇ ਕਰੈਕਟਰ ਵਾਲਾ ਹੋਵੇ, ਉਹਨੂੰ ਵੋਟਾਂ ਪਾਈਆਂ ਜਾਣੀ ਚਾਹੀਦੀਆਂ ਜੀ। ਭੱਟੀ ਸਾਹਿਬ ਸਮਾਂ ਜਿਹੜਾ ਆਪਣੇ ਕੋਲ ਤਕਰੀਬਨ 1 ਮਿੰਟ ਦਾ ਰਹਿ ਗਿਆ। ਮਨੀਸ਼ ਤਿਵਾੜੀ ਦਾ ਵੀ ਕੁਝ ਵਿਵਾਦ ਜਿਹੜਾ ਉਹ ਪਿਆ ਹੈ, ਕਿਸੇ ਵਿਅਕਤੀ ਦੇ ਨਾਲ ਇੱਕ ਟਿੱਪਣੀ ਕੀਤੀ ਗਈ ਹੈ ਤੇ ਉਹ ਕੀ ਗੱਲ ਹੈ? ਉਹ ਮਨੀਸ਼ ਤਿਵਾੜੀ ਦੇ ਖਿਲਾਫ ਉਹਦੇ ਜਿਹੜੇ ਫਾਦਰ ਸਨ ਉਹਦੇ ਬਾਰੇ ਜਿਹੜਾ ਉਪ ਪ੍ਰਧਾਨ ਹੈ ਤੁਹਾਡਾ ਉੱਥੋਂ ਅਨੰਦਪੁਰ ਸਾਹਿਬ ਦਾ ਬੀਜੇਪੀ ਦਾ, ਉਹਨੇ ਨਰੇਸ਼ ਚਾਵਲਾ ਨੇ ਇੱਕ ਬਿਆਨ ਦਿੱਤਾ ਵੀ ਇਹਦੇ ਪਿਓ ਨੇ ਜਿਹੜਾ 84 ਦੇ ਵਿੱਚ ਜਿਹੜਾ ਸਿੱਖ ਕਤਲੇਆਮ ਦਿੱਲੀ 'ਚ ਹੋਇਆ ਵਾ, ਇਹਨੇ ਆਪਣੇ ਪੈਟਰੋਲ ਪੰਪ ਤੋਂ ਉਪਧਰੀਆਂ ਨੂੰ ਜਾ ਕੇ ਪੈਟਰੋਲ ਸਪਲਾਈ ਕੀਤਾ ਸੀ ਤੇ ਇਹ ਕਾਤਲ ਨੇ ਤੇ ਇਹਨਾਂ ਨੂੰ ਚੋਣ ਲੜਨ ਦਾ ਕੋਈ ਅਧਿਕਾਰ ਨਹੀਂ। ਮਨੀਸ਼ ਤਿਵਾੜੀ ਨੇ ਸ਼ਿਕਾਇਤ ਕੀਤੀ ਵੀ ਇਹਨੇ ਮੇਰੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਉਹ ਠੇਸ ਪਹੁੰਚਾਉਣ ਤੇ ਪੁਲਿਸ ਨੇ ਕਾਰਵਾਈ ਕਰਦਿਆਂ ਉਹਦੇ ਖਿਲਾਫ 295 A ਦਾ ਪਰਚਾ ਦਰਜ ਕਰਕੇ ਉਹਨੂੰ ਗ੍ਰਿਫਤਾਰ ਕਰ ਲਿਆ।
ਮਨੀਸ਼ ਤਿਵਾੜੀ ਇਹ ਕਹਿੰਦਾ ਵੀ 84 ਦੇ ਜਦੋਂ ਉਹ ਦਿੱਲੀ ਕਾਂਡ ਹੋਏ ਨੇ ਨਸ਼ੇਖੋਰੀ ਸਿੱਖਾਂ ਦੀ ਹੋਈ ਆ, ਮੇਰੇ ਫਾਦਰ ਦੀ ਤੋਂ ਪਹਿਲਾਂ ਮੌਤ ਹੋ ਚੁੱਕੀ ਆ, ਉਹ ਕਿੱਥੋਂ ਆ ਗਿਆ? ਫਿਰ ਦਿੱਲੀ ਵਿੱਚ ਸਾਡਾ ਕੋਈ ਪੈਟਰੋਲ ਪੰਪ ਨਹੀਂ ਕਿਤੇ ਹੈਗਾ, ਸਾਰੇ ਦੇਸ਼ ਕੋਈ ਪੈਟਰੋਲ ਪੰਪ ਨਹੀਂ ਹੈਗਾ ਸਾਡਾ, ਤੇ ਇਹ ਕਿਵੇਂ ਕਹੀ ਜਾਂਦਾ ਇੱਥੇ? ਇਹਨੇ ਬਿਨਾਂ ਵਜ੍ਹਾ ਤੋਂ ਮੇਰੀ ਜਿਹੜੀ ਧਾਰਮਿਕ ਭਾਵਨਾ ਠੇਸ ਪਹੁੰਚਾਈ ਆ, ਉਹਦੇ ਖਿਲਾਫ ਪਰਚਾ ਦਰਜ ਹੋ ਗਿਆ ਜੀ। ਉਹ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਵਾ ਜੀ, ਤੇ ਮਨੀਸ਼ ਤਿਵਾੜੀ ਨੂੰ ਥੋੜੀ ਜਿਹੀ ਰਾਹਤ ਦਿੱਤੀ ਗਈ ਜੀ। ਸੋ ਬਿਲਕੁਲ ਇਹ ਸਨ ਸੀਨੀਅਰ ਪੱਤਰਕਾਰ ਸਰਦਾਰ ਜਸਬੀਰ ਸਿੰਘ ਜੀ ਭੱਟੀ, ਜਿਨ੍ਹਾਂ ਨੇ ਇਹ ਪ੍ਰੋਗਰਾਮ ਕਰੰਟ ਅਫੇਅਰ ਦੇ ਰਾਹੀਂ ਤੁਹਾਡੇ ਨਾਲ ਸਾਂਝ ਪਾਈ ਹੈ ਖਬਰਾਂ ਦੀ। ਸੋ ਇਸ ਪ੍ਰੋਗਰਾਮ ਨੂੰ ਤੁਸੀਂ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਅਤੇ ਦੇਖਦੇ ਰਹੋ ਪ੍ਰੋਗਰਾਮ ਕਰੰਟ ਅਫੇਅਰ। ਸੋ ਇਸ ਪ੍ਰੋਗਰਾਮ ਦੀ ਜਿਹੜਾ ਸਮਾਂ ਆ ਉਹ ਸਮਾਪਤ ਆ, ਤੇ ਇਸ ਪ੍ਰੋਗਰਾਮ ਨੂੰ ਇੱਥੇ ਹੀ ਅਸੀਂ ਸਮਾਪਤ ਕਰਦੇ ਹਾਂ। ਬੁਲਾਉਂਦੇ ਹਾਂ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।